ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਕੱਢਾਂਗੇ ਯਸ਼ਾਇਆ 43 ਦੀ 10 ਪੜਾਂਗੇ। ਯਸ਼ਾਇਆ 43 ਦੀ 10। ਤੁਸੀਂ ਮੇਰੇ ਗਵਾਹ ਹੋ, ਯਹੋਵਾ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ। ਭਾਈ ਤੁਸੀਂ ਜਾਣੋ ਅਤੇ ਮੇਰੀ ਪ੍ਰਤੀਤ ਕਰੋ ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ਵਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੇ ਕੋਈ ਹੋਵੇਗਾ। ਮੈਂ ਹਾਂ, ਮੈਂ ਹੀ ਯਹੋਵਾ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ। ਮੈਂ ਦੱਸਿਆ, ਮੈਂ ਬਚਾਇਆ, ਮੈਂ ਸੁਣਾਇਆ ਅਤੇ ਤੁਹਾਡੇ ਵਿੱਚ ਕੋਈ ਉਪਰਾ ਦੇਵਤਾ ਨਹੀਂ ਸੀ। ਤੁਸੀਂ ਮੇਰੇ ਗਵਾਹ ਹੋ, ਯਹੋਵਾ ਦਾ ਵਾਕ ਹੈ ਅਤੇ ਮੈਂ ਹੀ ਪਰਮੇਸ਼ਵਰ ਹਾਂ। ਪੜ੍ਹੇ ਹੋਏ ਵਚਨ ਦੇ ਲਈ ਖੁਦਾ ਦਾ ਧੰਨਵਾਦ ਕਰਦੇ ਆਓ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਅਨੰਤ ਕਾਲ ਦੇ ਪਿਤਾ, ਸ਼ਾਂਤੀ ਦੇ ਰਾਜਕੁਮਾਰ ਪ੍ਰਭੂ ਯਿਸੂ ਮਸੀਹ, ਸੱਚੇ ਪ੍ਰਭੂ ਯਿਸੂ ਮਸੀਹ। ਤੈਨੂੰ ਛੱਡ ਕੇ ਕੋਈ ਵੀ ਖੁਦਾ ਨਹੀਂ ਹੈ ਮੇਰੇ ਮਹਾਨ ਪਿਤਾ। ਤੂੰ ਕੱਲਾ ਹੀ ਖੁਦਾ ਹੈ ਪ੍ਰਭੂ ਯਿਸੂ ਮਸੀਹ, ਕੋਈ ਹੋਰ ਦੂਜਾ ਖੁਦਾ ਨਹੀਂ ਹੈ ਮੇਰੇ ਮਹਾਨ ਪਿਤਾ। ਨਾ ਤੇਰੇ ਤੋਂ ਪਹਿਲਾਂ ਕੋਈ ਸੀ, ਨਾ ਤੇਰੇ ਤੋਂ ਬਾਅਦ ਕੋਈ ਹੈ ਪ੍ਰਭੂ ਜੀ। ਤੂੰ ਹੀ ਅਨੰਤ ਕਾਲ ਦਾ ਪਿਤਾ ਤੇ ਸ਼ਾਂਤੀ ਦਾ ਰਾਜਕੁਮਾਰ ਹੈ। ਤੂੰ ਹੀ ਸ਼ਲੇਮ ਦਾ ਰਾਜਾ ਹੈ ਪ੍ਰਭੂ ਯਿਸੂ ਮਸੀਹ। ਤੇ ਮੇਰੇ ਮਹਾਨ ਪਿਤਾ, ਮੈਂ ਵਿਸ਼ਵਾਸ ਕਰਦਾ ਖੁਦਾਵੰਦ ਪ੍ਰਭੂ ਜੀ, ਤੂੰ ਬਹੁਤ ਜਲਦੀ ਆਪਣੇ ਲੋਕਾਂ ਨੂੰ, ਆਪਣੀ ਦੁਲਹਨ ਨੂੰ ਲੈਣ ਆ ਰਿਹਾ ਹੈ ਪ੍ਰਭੂ ਯਿਸੂ ਮਸੀਹ। ਕਿਉਂਕਿ ਮੇਰੇ ਮਹਾਨ ਪਿਤਾ, ਤੂੰ ਪ੍ਰਭੂ ਯਿਸੂ ਮਸੀਹ ਆਪਣੀ ਦੁਲਹਨ ਨੂੰ ਪ੍ਰਭੂ ਯਿਸੂ ਮਸੀਹ ਇੰਨਾ ਪਿਆਰ ਕੀਤਾ ਹੈ ਪ੍ਰਭੂ ਜੀ। ਤੂੰ ਆਪਣਾ ਸਿੰਘਾਸਨ ਛੱਡ ਕੇ ਧਰਤੀ ਦੇ ਉੱਤਰ ਆਇਆ ਹੈ ਤਾਂ ਕਿ ਤੂੰ ਆਪਣੀ ਦੁਲਹਨ ਨੂੰ ਆਪਣੇ ਨਾਲ ਲਿਜਾ ਸਕੇ। ਸੱਚਮੁੱਚ ਤੂੰ ਆਪਣੀ ਦੁਲਹਨ ਦੇ ਲਈ ਲਹੂ ਵਹਾਇਆ ਪ੍ਰਭੂ ਜੀ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ। ਅੱਜ ਦੇ ਛੋਟੇ ਸੰਦੇਸ਼ ਨੂੰ ਤੂੰ ਖੋਲ੍ਹਣਾ ਹੈ, ਦਇਆ ਕਰ, ਕਿਰਪਾ ਕਰ ਪ੍ਰਭੂ ਯਿਸੂ ਮਸੀਹ। ਹਰੇਕ ਤੇਰੇ ਸੰਦੇਸ਼ ਨੂੰ ਸਮਝੇ ਮੇਰੇ ਮਹਾਨ ਪਿਤਾ। ਸਾਰਾ ਆਦਰ ਜਲਾਲ ਮਹਿਮਾ ਤੇਰੇ ਸਾਮਰਥੀ ਨਾਮ ਨੂੰ ਦਿੰਦੇ ਆ, ਆਮੀਨ। ਹਾਲੇਲੂਇਆ। ਅਸੀਂ ਪੜ੍ਹਿਆ ਆ ਯਸ਼ਾਇਆ 43 ਦੀ 10 ਚੋਂ ਅਸੀਂ ਪੜ੍ਹਿਆ ਆ, ਬਾਈਬਲ ਬਿਆਨ ਕਰਦੀ ਆ ਵੀ ਖੁਦਾ ਕਹਿ ਰਿਹਾ ਆ, ਪ੍ਰਭੂ ਕਹਿ ਰਿਹਾ ਵੀ ਮੈਂ ਹੀ ਖੁਦਾ ਆ। ਕਹਿੰਦਾ ਮੇਰੇ ਤੋਂ ਬਿਨਾ ਕੋਈ ਵੀ ਦੂਜਾ ਖੁਦਾ ਨਹੀਂ ਆ, ਮੈਥੋਂ ਅੱਗੇ ਕੋਈ ਖੁਦਾ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। ਉਹ ਕਹਿੰਦਾ ਮੈਂ ਹੀ ਇਕੱਲਾ ਖੁਦਾ ਆ, ਮੇਰੇ ਤੋਂ ਇਲਾਵਾ ਕੋਈ ਵੀ ਦੂਜਾ ਖੁਦਾ ਨਹੀਂ ਆ। ਅੱਜ ਲੋਕ ਕਹਿੰਦੇ ਆ ਤਿੰਨ ਖੁਦਾ ਆ, ਪਿਤਾ ਅਲੱਗ ਆ, ਪੁੱਤਰ ਅਲੱਗ ਆ ਤੇ ਪਵਿੱਤਰ ਆਤਮਾ ਅਲੱਗ ਆ, ਲੇਕਿਨ ਇਸ ਤਰ੍ਹਾਂ ਨਹੀਂ ਆ। ਅਸੀਂ ਯਸ਼ਾਇਆ ਵਿੱਚ ਪੜ੍ਹ ਰਹੇ ਆ, ਇੱਕੋ ਹੀ ਖੁਦਾ ਆ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਆ। ਕੋਈ ਦੂਜਾ ਖੁਦਾ ਨਹੀਂ ਹੈ, ਤੀਜਾ ਖੁਦਾ ਨਹੀਂ ਹੁੰਦਾ। ਖੁਦਾ ਹਮੇਸ਼ਾ ਇੱਕ ਹੁੰਦਾ, ਪਿਤਾ ਹਮੇਸ਼ਾ ਇੱਕ ਹੁੰਦਾ, ਪਿਓ ਹਮੇਸ਼ਾ ਇੱਕੋ ਹੀ ਹੁੰਦਾ ਆ। ਇਸ ਕਰਕੇ ਅਸੀਂ ਬਾਈਬਲ 'ਚ ਦੇਖਦੇ ਆ ਵੀ ਇੱਕੋ ਹੀ ਖੁਦਾ ਆ ਜਿਹਨੇ ਇਸ ਧਰਤੀ ਨੂੰ ਰਚਿਆ ਆ। ਸਾਡਾ ਸਿਰਜਣਹਾਰਾ ਇੱਕੋ ਹੀ ਆ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਆ। ਆਓ ਅਸੀਂ ਕੱਢਾਂਗੇ ਮੱਤੀ 28 ਦੀ 19 ਕੱਢਾਂਗੇ। ਮੱਤੀ 28 ਦੀ 19। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਹੁਣ ਬਾਈਬਲ ਬਿਆਨ ਕਰਦੀ ਆ ਮੱਤੀ 28 ਦੀ 19 ਵਿੱਚ ਖੁਦਾਵੰਦ ਪ੍ਰਭੂ ਯਿਸੂ ਮਸੀਹ ਖੁਦ ਸ੍ਰਿਸ਼ਟੀ ਦਾ ਰਚਨਹਾਰਾ ਜਦੋਂ ਧਰਤੀ ਤੇ ਆਇਆ ਤੇ ਉਹ ਕੀ ਕਰ ਰਿਹਾ ਹੈ? ਉਹ ਆਪਣੇ ਚੇਲਿਆਂ ਦੇ ਨਾਲ ਰਿਹਾ, ਆਪਣੇ ਚੇਲਿਆਂ ਨੂੰ ਸਿੱਖਿਆ ਦਿੱਤੀ ਉਹਨੇ, ਆਪਣੇ ਚੇਲਿਆਂ ਨੂੰ ਪ੍ਰਕਾਸ਼ਨ ਦੀਆਂ ਗੱਲਾਂ ਦੱਸੀਆਂ। ਜਦੋਂ ਚੇਲੇ ਕਹਿੰਦੇ ਸੀ ਪ੍ਰਭੂ ਤੂੰ ਦ੍ਰਿਸ਼ਟਾਂਤਾਂ 'ਚ ਕਿਉਂ ਗੱਲਾਂ ਕਰਦਾ ਆ, ਉਹ ਕਹਿੰਦਾ ਜਿਹੜੀ ਸਮਝ ਆ ਵਚਨ ਦੀ ਤੁਹਾਨੂੰ ਦਿੱਤੀ ਗਈ ਆ, ਲੇਕਿਨ ਹੋਰਨਾਂ ਦੇ ਨਾਲ ਮੈਂ ਦ੍ਰਿਸ਼ਟਾਂਤਾਂ ਵਿੱਚ ਹੀ ਗੱਲਾਂ ਕਰਦਾ ਆ। ਪ੍ਰਕਾਸ਼ਨ ਤੁਹਾਨੂੰ ਦਿੱਤਾ ਗਿਆ ਆ। ਉਹ ਆਪਣੇ ਚੇਲਿਆਂ ਦੇ ਨਾਲ ਪਿਆਰ ਕਰਦਾ ਸੀ। ਆਪਣੇ ਚੇਲਿਆਂ ਨੂੰ ਉਹਨੇ ਦੱਸਿਆ, ਜਦੋਂ ਉਹ ਧਰਤੀ ਤੋਂ ਜਾ ਰਿਹਾ ਸੀ ਉਹਨੇ ਕਿਹਾ ਸਾਰੇ ਜਗਤ ਵਿੱਚ ਜਾਓ, ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦਿਓ। ਨਾਮ ਦਾ ਮਤਲਬ ਆ ਇੱਕ ਵਚਨ, ਬਹੁਵਚਨ 'ਚ ਨਹੀਂ ਕਿਹਾ। ਉਹਨੇ ਕਿਹਾ ਨਾਮ ਦੇ ਵਿੱਚ ਬਪਤਿਸਮਾ ਦਿਓ। ਵੀ ਪਿਤਾ ਕੌਣ ਸੀ, ਪੁੱਤਰ ਕੌਣ ਸੀ, ਪਵਿੱਤਰ ਆਤਮਾ ਕੌਣ ਆ, ਉਹਦਾ ਨਾਮ ਆ। ਤੇ ਇਸ ਕਰਕੇ ਚੇਲਿਆਂ ਨੇ ਕੀ ਕੀਤਾ, ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਦਿੱਤਾ। ਜਦੋਂ ਪ੍ਰਕਾਸ਼ਨ ਖੁੱਲਿਆ, ਜਦੋਂ 10ਵੇਂ ਦਿਨ ਪਵਿੱਤਰ ਆਤਮਾ ਉਤਰਿਆ ਤੇ ਪਤਰਸ ਨੇ ਕੀ ਕੀਤਾ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਦਿੱਤਾ। ਹੁਣ ਲੋਕ ਇਸ ਭੇਦ ਨੂੰ ਸਮਝ ਨਹੀਂ ਪਾਉਂਦੇ। ਕਿਉਂ ਸਮਝ ਨਹੀਂ ਪਾਉਂਦੇ? ਕਿਉਂਕਿ ਉਹਨਾਂ ਦੇ ਉੱਪਰ ਖੁਦਾ ਖੋਲ ਨਹੀਂ ਰਿਹਾ ਇਹ ਚੀਜ਼ਾਂ ਨੂੰ। ਜਿਨ੍ਹਾਂ ਦੇ ਉੱਪਰ ਖੁਦਾ ਇਸ ਚੀਜ਼ਾਂ ਨੂੰ ਖੋਲਦਾ ਆ, ਉਸੇ ਸਮੇਂ ਉਹ ਮੰਨਦੇ ਆ ਵੀ ਯਿਸੂ ਮਸੀਹ ਇੱਕੋ ਹੀ ਖੁਦਾ ਆ। ਇੱਕੋ ਹੀ ਨਾਮ ਇਸ ਧਰਤੀ ਤੇ ਦਿੱਤਾ ਗਿਆ ਜੋ ਸਰਵ ਸ਼ਕਤੀਮਾਨ ਖੁਦਾ ਹੈ, ਉਹਦਾ ਨਾਮ ਆ ਪ੍ਰਭੂ ਯਿਸੂ ਮਸੀਹ। ਉਹੀ ਇੱਕ ਨਾਮ ਆ ਜਿਹੜਾ ਧਰਤੀ ਤੇ ਦਿੱਤਾ ਗਿਆ। ਲੇਕਿਨ ਅੱਜ ਲੋਕ ਮਿਸ਼ਨਾਂ, ਚਰਚਾਂ, ਡਿਨੋਮੀਨੇਸ਼ਨ ਅੱਜ ਉਹਨੂੰ ਕੀ ਕਰ ਰਹੇ ਆ, ਤਿੰਨ ਬਣਾ ਰਹੇ ਨੇ। ਲੇਕਿਨ ਪੂਰੀ ਅਸੀਂ ਬਾਈਬਲ ਪੜ੍ਹਦੇ ਆ, ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ, ਇੱਕੋ ਹੀ ਖੁਦਾ ਬਾਰੇ ਜ਼ਿਕਰ ਕੀਤਾ ਗਿਆ ਆ।
मूसा ਨੂੰ ਜਦੋਂ ਦਰਸ਼ਨ ਹੋਇਆ, ਉਹਦੀ ਜਿਹੜੀ ਝਾੜੀ ਬਲ ਰਹੀ ਸੀ, ਉਹਦੇ ਵਿੱਚ ਕੌਣ ਸੀਗਾ? ਉਹਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਸੀਗਾ। ਪ੍ਰਭੂ ਯੀਸ਼ੂ ਮਸੀਹ ਸੀਗਾ। ਲਾਲ ਸਮੁੰਦਰ ਉਹਨੇ ਪਾਰ ਕਰਾਇਆ। ਉਹ ਅੱਗ ਦਾ ਖੰਭਾ, ਉਹ ਪਿਲਰ ਆਫ ਫਾਇਰ, ਉਹ ਕੌਣ ਸੀਗਾ? ਉਹ ਪ੍ਰਭੂ ਯੀਸ਼ੂ ਮਸੀਹ ਸੀਗਾ। ਜਦੋਂ ਸ਼ਰਦਕ ਮੇਸ਼ਕ ਅਬੇਦਨਗੋ ਬਲਦੀ ਹੋਈ ਭੱਠੀ ਦੇ ਵਿੱਚ ਸੀਗੇ, ਉੱਥੇ ਵੀ ਪ੍ਰਭੂ ਯੀਸ਼ੂ ਮਸੀਹ ਸੀਗਾ। ਪੁਰਾਣੇ ਨਿਯਮ ਦਾ ਯਹੋਵਾ ਹੀ, ਨਏ ਨਿਯਮ ਦਾ ਯੀਸ਼ੂ ਮਸੀਹ ਹੈ। ਉਹਦੇ ਤਿੰਨ ਆਫਿਸ ਆ। ਪਹਿਲਾਂ ਉਹ ਪਿਤਾ ਸੀਗਾ, ਯਹੋਵਾ ਸੀਗਾ, ਫਿਰ ਉਹ ਪੁੱਤਰ ਬਣਿਆ। 2022 ਸਾਲ ਪਹਿਲਾਂ ਇਸ ਧਰਤੀ ਤੇ ਆਇਆ, ਉਹ ਪੁੱਤਰ ਬਣਿਆ। ਤੇ ਜਦੋਂ ਉਹ ਜਾ ਰਿਹਾ ਸੀ, ਉਹਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਫਿਰ ਤੁਹਾਡੇ ਕੋਲ ਵਾਪਸ ਆ ਰਿਹਾ ਹਾਂ ਤੇ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਸੀਂ ਲੋਕਾਂ ਨੂੰ ਸਿਖਾਣੀਆਂ। ਫਿਰ ਉਹ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਅੱਜ ਆਪਣੇ ਲੋਕਾਂ ਦੇ ਵਿੱਚ ਆ। ਹਰੇਕ ਦੇ ਕੋਲ ਨਹੀਂ ਆ ਪਵਿੱਤਰ ਆਤਮਾ। ਜਿਨ੍ਹਾਂ ਨੇ ਯੀਸ਼ੂ ਮਸੀਹ ਤੇ ਵਿਸ਼ਵਾਸ ਕੀਤਾ, ਸਿਰਫ ਉਹਨਾਂ ਦੇ ਕੋਲ ਹੀ ਪਵਿੱਤਰ ਆਤਮਾ ਆ। ਜਿਹੜੇ ਵਿਸ਼ਵਾਸ ਕਰਦੇ ਨੇ ਕਿ ਜਿਹੜਾ ਬੈਪਟਾਈਜ਼ ਆ, ਬਪਤਿਸਮਾ ਆ, ਉਹ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ, ਉਹਨਾਂ ਦੇ ਕੋਲ ਹੀ ਪਵਿੱਤਰ ਆਤਮਾ ਹੈ। ਕਿਉਂਕਿ ਇਹ ਭੇਤ ਸੀਗਾ। ਇਸ ਭੇਤ ਨੂੰ ਕਿਹਨੇ ਖੋਲਿਆ? ਪਤਰਸ ਦੁਆਰਾ ਇਹ ਭੇਤ ਖੁੱਲਿਆ, ਚੇਲਿਆਂ ਦੁਆਰਾ ਇਹ ਭੇਤ ਖੁੱਲਿਆ ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਉਤਰਿਆ। ਲੇਕਿਨ ਅੱਜ ਲੋਕ ਇੱਕ ਖੁਦਾ ਨੂੰ ਤਿੰਨ ਖੁਦਾ ਬਣਾਉਣ ਦੀ ਕੋਸ਼ਿਸ਼ ਕਰਦੇ, ਉਹ ਤ੍ਰੈਟੀ ਨੂੰ ਪੈਦਾ ਕਰ ਰਹੇ ਆ। ਇਹ ਸਾਰੀ ਜੋ ਸਿੱਖਿਆ ਆ, ਇਹ ਸ਼ੈਤਾਨ ਵੱਲੋਂ ਹੈ। ਸਾਡੇ ਯੁੱਗ ਦਾ ਨਬੀ ਕਹਿੰਦਾ, ਜੇ ਕੋਈ ਵਚਨ ਤੋਂ ਬਾਹਰ ਕੋਈ ਕੰਮ ਕਰਦਾ ਆ, ਉਹ ਸਿੱਖਿਆ ਕਿਹਦੇ ਵੱਲੋਂ ਆ? ਸ਼ੈਤਾਨ ਵੱਲੋਂ। ਸੰਤ ਪੌਲੁਸ ਨੇ ਵੀ ਕਿਹਾ, ਜਿਹੜੀ ਸਿੱਖਿਆ ਅਸੀਂ ਤੁਹਾਨੂੰ ਦਿੰਦੇ ਆ, ਇਹ ਸਿੱਖਿਆ ਤੋਂ ਇਲਾਵਾ ਜੇ ਕੋਈ ਸਵਰਗ ਤੋਂ ਦੂਤ ਵੀ ਕਿਉਂ ਨਾ ਉਤਰ ਕੇ ਕੋਈ ਹੋਰ ਸਿੱਖਿਆ ਦੇਵੇ, ਉਹ ਸ਼ਾਪਿਤ ਹੋਵੇ। ਸਾਫ਼ ਤੇ ਸਪਸ਼ਟ ਕਿਹਾ ਗਿਆ। ਇਸ ਕਰਕੇ ਜਿਹੜਾ ਬੈਪਟਾਈਜ਼ ਆ, ਉਹ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ। ਕਿਉਂਕਿ ਬਾਈਬਲ 'ਚ ਅਸੀਂ ਪੜ੍ਹਦੇ ਆ, ਕਿਤੇ ਵੀ ਦੂਜੇ ਖੁਦਾ ਬਾਰੇ ਨਹੀਂ ਲਿਖਿਆ ਗਿਆ। ਇਦਾਂ ਅਸੀਂ ਯਸ਼ਾਇਆ 'ਚ ਵੀ ਪੜ੍ਹਿਆ। ਯਸ਼ਾਇਆ 'ਚ ਸਾਫ਼ ਲਿਖਿਆ ਆ, ਮੈਥੋਂ ਅੱਗੇ ਕੋਈ ਪਰਮੇਸ਼ਵਰ ਖੁਦਾ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੇ ਕੋਈ ਹੋਵੇਗਾ। ਫਿਰ ਦੂਜਾ ਤੀਜਾ ਕਿੱਥੋਂ ਆ ਗਿਆ? ਇੱਕੋ ਹੀ ਆ, ਯਹੋਵਾ ਹੀ ਯੀਸ਼ੂ ਮਸੀਹ ਆ, ਜਿਹੜਾ ਮੂਸਾ ਦੇ ਨਾਲ ਪਹਾੜ ਦੇ ਉੱਪਰ ਗੱਲਾਂ ਕਰਦਾ ਸੀਗਾ। ਉਹੀ ਖੁਦਾ ਧਰਤੀ ਤੇ ਯੀਸ਼ੂ ਮਸੀਹ ਦਾ ਰੂਪ ਲੈ ਕੇ ਆ ਗਿਆ। ਗਿਆਨੀਆਂ ਨੇ ਉਹਨੂੰ ਪਛਾਣਿਆ ਨਹੀਂ। ਜਿਹੜੇ ਪੜ੍ਹੇ ਲਿਖੇ ਫੱਕੀ ਫਰੀਸੀ ਸੀ, ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਧਾਰਮਿਕ ਗੁਰੂ ਆ, ਕਿਸੇ ਨੇ ਵੀ ਉਹਨੂੰ ਪਛਾਣਿਆ ਨਹੀਂ ਵੀ ਯੀਸ਼ੂ ਮਸੀਹ ਦੇਹਧਾਰੀ ਹੋ ਕੇ ਆ ਗਿਆ। ਉਹਨੂੰ ਬਾਲਜ਼ਬੂਲ ਕਹਿੰਦੇ ਸੀਗੇ, ਉਹਨੂੰ ਸ਼ੈਤਾਨ ਕਹਿੰਦੇ ਸੀਗੇ। ਲੇਕਿਨ ਅਸੀਂ ਬਾਈਬਲ ਵਿੱਚੋਂ ਦੇਖਦੇ ਹਾਂ, ਇੱਕੋ ਹੀ ਪ੍ਰਭੂ ਆ, ਇੱਕੋ ਹੀ ਬਪਤਿਸਮਾ ਆ, ਇੱਕੋ ਹੀ ਨਿਸ਼ਚਾ ਆ। ਦੋ ਖੁਦਾ ਨਹੀਂ ਆ, ਇੱਕੋ ਹੀ ਖੁਦਾ ਆ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਆ। ਤੇ ਜਦੋਂ ਤੱਕ ਕੋਈ ਬੈਪਟਾਈਜ਼ ਨੂੰ ਨਹੀਂ ਸਮਝਦਾ, ਬਪਤਿਸਮੇ ਨੂੰ ਨਹੀਂ ਸਮਝਦਾ, ਉਹਨੂੰ ਕਦੇ ਵੀ ਬਾਈਬਲ ਦੀ ਸਮਝ ਨਹੀਂ ਲੱਗਣੀ। ਜਿਹਦੇ ਉੱਪਰ ਬਪਤਿਸਮਾ ਨਹੀਂ ਖੁੱਲ ਸਕਦਾ, ਉਹ ਬਾਈਬਲ ਨੂੰ ਵੀ ਨਹੀਂ ਸਮਝ ਸਕਦਾ। ਇਹ ਐਡਮਿਸ਼ਨ ਆ ਇੱਕ, ਜਿਹੜਾ ਬੈਪਟਾਈਜ਼ ਲੈਣਾ ਇੱਕ ਐਡਮਿਸ਼ਨ ਆ। ਜਿੱਦ ਤੱਕ ਕੋਈ ਨਵੇਂ ਸਿਰਿਓਂ ਨਹੀਂ ਜੰਮਦਾ, ਉਹ ਖੁਦਾ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਉਹ ਖੁਦਾ ਦੀ ਗੱਲਾਂ ਨੂੰ ਸਮਝ ਨਹੀਂ ਸਕਦਾ ਵੀ ਪ੍ਰਕਾਸ਼ਨ ਦੀ ਗੱਲਾਂ ਕੀ ਆ। ਲੇਕਿਨ ਖੁਦਾ ਨੇ ਆਪਣੇ ਲੋਕਾਂ ਤੇ ਕਿਰਪਾ ਕੀਤੀ। ਰਸੂਲਾਂ ਦੇ ਕਰਤੱਵ 2:38 ਵਿੱਚ ਅਸੀਂ ਪੜ੍ਹਦੇ ਹਾਂ, 2:38 ਦੇ ਵਿੱਚ ਉਹ ਪਵਿੱਤਰ ਆਤਮਾ ਉਤਰਿਆ ਤੇ ਉਹਨੇ ਕੀ ਕੀਤਾ? ਪਵਿੱਤਰ ਆਤਮਾ ਜਦੋਂ ਉਤਰਿਆ ਤੇ ਉਹਨੇ ਆਪਣਾ ਪ੍ਰਕਾਸ਼ਨ, ਆਪਣੇ ਭੇਤ ਆਪਣੇ ਚੇਲਿਆਂ ਦੇ ਉੱਪਰ ਖੋਲ ਦਿੱਤੇ। ਤੇ ਪਤਰਸ ਨੇ ਕਿਹਾ, ਹੇ ਭਾਈਓ, ਅਸੀਂ ਨਸ਼ੇ ਵਿੱਚ ਨਹੀਂ ਆ। ਇਹ ਭਵਿਸ਼ਵਾਣੀ ਯੋਏਲ ਨਬੀ ਦੀ ਪੂਰੀ ਹੋਈ ਆ। ਉਹ ਫਿਰ ਕਹਿੰਦੇ ਅਸੀਂ ਕੀ ਕਰੀਏ? ਫਿਰ ਪਤਰਸ ਕਹਿੰਦਾ, ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਵਸਮਾ ਲਓ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਬਾਈਬਲ ਦੇ ਵਿੱਚ ਕਿਤੇ ਵੀ ਦਰਜ ਨਹੀਂ ਆ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਕਹਿ ਕੇ ਕਿਸ ਨੂੰ ਵਸਮਾ ਦਿੱਤਾ ਹੋਵੇ। ਜਿੰਨੇ ਵੀ ਬਪਤਿਸਮੇ ਹੋਏ ਆ, ਸਭ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹੋਏ ਆ। ਤੇ ਬਾਈਬਲ ਬਿਆਨ ਕਰਦੀ ਇੱਕੋ ਹੀ ਖੁਦਾ ਆ। ਇੱਕ ਖੁਦਾ ਨੂੰ ਕੋਈ ਵੀ ਦੋ ਨਹੀਂ ਬਣਾ ਸਕਦਾ ਜਾਂ ਤਿੰਨ ਨਹੀਂ ਬਣਾ ਸਕਦਾ। ਦੋ ਜਾਂ ਤਿੰਨ ਖੁਦਾ ਨੂੰ ਨਹੀਂ ਬਣਾਇਆ ਜਾ ਸਕਦਾ। ਅਸੀਂ ਕੱਢਾਂਗੇ ਰਸੂਲਾਂ ਦੇ ਕਰਤੱਵ 19 ਦੇ ਆਏ, ਰਸੂਲਾਂ ਦੇ ਕਰਤੱਵ 19 ਦੇ ਆਏ। ਇਉਂ ਹੋਇਆ ਕਿ ਜਾਂ ਅਪੋਲੋਸ ਕੁਰਿੰਥੀਅਸ ਵਿੱਚ ਸੀ, ਤਾਂ ਪੌਲੁਸ ਉੱਪਰਲੇ ਇਲਾਕਿਆਂ ਵਿੱਚੋਂ ਲੰਘ ਕੇ ਅਫਸੁਸ ਨੂੰ ਆਇਆ ਅਤੇ ਕਈਆਂ ਚੇਲਿਆਂ ਨੂੰ ਲੱਭ ਕੇ ਉਹਨਾਂ ਨੂੰ ਆਖਿਆ, ਜਾਂ ਤੁਸਾਂ ਸੁਣਿਆ ਜਾਂ ਤੁਸਾਂ ਨਿਸ਼ਚਾ ਕੀਤੀ ਤਾਂ ਕਿ ਤੁਹਾਨੂੰ ਪਵਿੱਤਰ ਆਤਮਾ ਮਿਲਿਆ। ਹੁਣ ਪੌਲੁਸ ਕਹਿ ਰਿਹਾ, ਕਹਿੰਦਾ ਜਦੋਂ ਤੁਸੀਂ ਸੁਣਿਆ ਆ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਉਹਨਾਂ ਉਸ ਨੂੰ ਕਿਹਾ, ਅਸਾਂ ਤਾਂ ਇਹ ਸੁਣਿਆ ਵੀ ਨਹੀਂ ਭਈ ਪਵਿੱਤਰ ਆਤਮਾ ਹੈਗਾ ਹੈ। ਉਹਨਾਂ ਆਖਿਆ, ਫਿਰ ਤੁਸਾਂ ਕਾਹਦਾ ਵਸਮਾ ਲਿਆ? ਉਹ ਬੋਲੇ, ਯਹੂਨਾ ਦਾ ਵਸਮਾ। ਉਪਰੰਤ ਪੌਲੁਸ ਨੇ ਕਿਹਾ, ਯਹੂਨਾ ਤੋਬਾ ਦਾ ਵਸਮਾ ਦਿੰਦਾ
ਅਤੇ ਲੋਕਾਂ ਨੂੰ ਇਹ ਆਖਦਾ ਸੀ ਭਈ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯੀਸ਼ੂ ਉੱਤੇ ਨਿਸ਼ਚਾ ਕਰੋ। ਇਹ ਸੁਣ ਕੇ ਉਹਨਾਂ ਨੇ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਬਪਤਿਸਮਾ ਲਿਆ ਅਤੇ ਜਾਂ ਪੌਲੁਸ ਨੇ ਉਹਨਾਂ ਉੱਤੇ ਹੱਥ ਧਰੇ ਤਾਂ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ। ਹੁਣ ਦੇਖੋ ਬਾਈਬਲ ਬਿਆਨ ਕਰਦੀ ਆ, ਸੰਤ ਪੌਲੁਸ ਵੀ ਕਹਿ ਰਿਹਾ ਆ ਵੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬੈਪਟਾਈਜ਼ ਆ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਆ। ਅਸੀਂ ਰਸੂਲਾਂ ਦੇ ਕਰਤਬ 19 ਵਿੱਚੋਂ ਇਹ ਪੜ੍ਹਿਆ ਆ, ਯੀਸ਼ੂ ਮਸੀਹ ਦੇ ਨਾਮ 'ਚ ਬਪਤਿਸਮਾ ਆ। ਹੁਣ ਕੌਣ ਇਹਨੂੰ ਕੱਟੇਗਾ? ਜਦੋਂ ਪਵਿੱਤਰ ਆਤਮਾ ਨਾਲ ਭਰੇ ਹੋਏ ਚੇਲੇ ਜਿਨ੍ਹਾਂ ਦੇ ਉੱਪਰ ਪ੍ਰਕਾਸ਼ਨ ਦੁਆਰਾ ਖੋਲਿਆ ਗਿਆ, ਖੁਦ ਪਵਿੱਤਰ ਆਤਮਾ ਦੇ ਦੁਆਰਾ ਖੋਲਿਆ ਗਿਆ ਵੀ ਜਿਹੜਾ ਬੈਪਟਾਈਜ਼ ਆ ਯੀਸ਼ੂ ਮਸੀਹ ਦੇ ਨਾਮ 'ਚ, ਉਹ ਸਮਝ ਗਏ ਸੀ ਪਿਤਾ ਪੁੱਤਰ ਪਵਿੱਤਰ ਆਤਮਾ ਕੀ ਆ। ਪਿਤਾ ਪੁੱਤਰ ਪਵਿੱਤਰ ਆਤਮਾ ਦਾ ਨਾਮ ਕੀ ਆ? ਪਿਤਾ ਪੁੱਤਰ ਪਵਿੱਤਰ ਆਤਮਾ ਦਾ ਨਾਮ ਆ ਪ੍ਰਭੂ ਯੀਸ਼ੂ ਮਸੀਹ, ਤੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹੀ ਬਪਤਿਸਮਾ ਆਇਆ। ਤੇ ਬਾਈਬਲ ਵਿੱਚ ਕਿਸੇ ਹੋਰ ਢੰਗ ਦੇ ਨਾਲ ਬਪਤਿਸਮਾ ਨਹੀਂ ਦਿੱਤਾ ਗਿਆ। ਜਿਨ੍ਹਾਂ ਨੇ ਯਹੂਨਾ ਦਾ ਬਪਤਿਸਮਾ ਲਿਆ ਸੀਗਾ ਉਹਨਾਂ ਨੂੰ ਦੁਬਾਰਾ ਬਪਤਿਸਮਾ ਲੈਣਾ ਪਿਆ। ਜੇ ਲੋਕ ਕਹਿੰਦੇ ਸੀ ਦੁਬਾਰਾ ਬੈਪਟਾਈਜ਼ ਲਈਏ, ਹਾਂ ਦੁਬਾਰਾ ਹੀ ਲੈਣਾ ਪੈਣਾ। ਜਦੋਂ ਤੱਕ ਕੋਈ ਨਏ ਸਿਰਿਓਂ ਨਹੀਂ ਜੰਮਦਾ ਉਹ ਖੁਦਾ ਦੇ ਰਾਜ ਨੂੰ, ਉਹਦੇ ਪ੍ਰਕਾਸ਼ਨ ਨੂੰ ਨਹੀਂ ਸਮਝ ਸਕਦਾ। ਇਸ ਕਰਕੇ ਬੈਪਟਾਈਜ਼ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ। ਜੇ ਕੋਈ ਸਿਖਾਉਂਦਾ ਆ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਤੇ, ਉਹ ਦੁਸ਼ਟਾਂਤ ਆ, ਉਹ ਦੁਸ਼ਟਾਂਤ ਹੀ ਬੋਲੀ ਜਾਂਦਾ ਹੈ। ਉਹਦੇ ਨਾਲ ਤੁਹਾਡੀ ਮੁਕਤੀ ਨਹੀਂ ਹੋਣੀ, ਕਿਸੇ ਦੀ ਵੀ ਮੁਕਤੀ ਨਹੀਂ ਹੋਣੀ। ਜਿਹੜਾ ਬੈਪਟਾਈਜ਼ ਆ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬੈਪਟਾਈਜ਼ ਆ। ਤੇ ਇਸ ਕਰਕੇ ਮੱਤੀ 28:19 ਦਾ ਜਿਹੜਾ ਭੇਦ ਸੀਗਾ ਉਹ ਰਸੂਲਾਂ ਦੇ ਉੱਪਰ ਪੈਂਤੇਕੋਸਤੇ ਦਿਨ ਕੀ ਹੋਇਆ? ਖੁੱਲ ਗਿਆ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਮਤਲਬ ਕੀ ਆ। ਹੁਣ ਯੀਸ਼ੂ ਮਸੀਹ ਇੱਕ ਆਪਣੇ ਚੇਲਿਆਂ ਨੂੰ ਇੰਨਾ ਵੱਡਾ ਇਖਤਿਆਰ ਦੇ ਕੇ ਜਾ ਰਿਹਾ ਆ, ਤੇ ਕੀ ਉਹ ਗਲਤ ਕਰ ਰਹੇ ਆ? ਫਿਰ ਪਵਿੱਤਰ ਆਤਮਾ ਨਾਲ ਭਰ ਕੇ ਉਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਪਤਿਸਮਾ ਦਿੱਤਾ। ਇਹੀ ਸੱਚਾਈ ਆ, ਕੋਈ ਇਹਨੂੰ ਮੰਨੇ ਚਾਹੇ ਨਾ ਮੰਨੇ। ਲੇਕਿਨ ਜੋ ਬਾਈਬਲ 'ਚ ਕਿਹਾ ਗਿਆ ਆ, ਜੋ ਉਹਦੇ ਚੇਲਿਆਂ ਦੁਆਰਾ ਪਵਿੱਤਰ ਆਤਮਾ ਦੇ ਹੁੰਦੇ ਹੋਏ ਕਿਹਾ ਗਿਆ, ਇਹੀ ਸੱਚਾਈ ਆ ਜੋ ਪਵਿੱਤਰ ਆਤਮਾ ਉਹਨਾਂ ਦੇ ਵਿੱਚ ਹੋ ਕੇ ਬੋਲਿਆ। ਅਸੀਂ ਰਸੂਲਾਂ ਦੇ ਕਰਤਬ ਜੇ 5 ਅਧਿਆਇ 'ਚ ਪੜ੍ਹਦੇ ਹਾਂ ਕਿਸ ਤਰ੍ਹਾਂ ਹਨਨਿਆ ਤੇ ਸ਼ਫੀਰਾ ਨੂੰ ਪਤਰਸ ਨੇ ਕਿਹਾ ਵੀ ਤੁਸੀਂ ਪਵਿੱਤਰ ਆਤਮਾ ਦੇ ਨਾਲ ਝੂਠ ਬੋਲਿਆ, ਫਿਰ ਵੀ ਲੋਕ ਨਹੀਂ ਮੰਨਦੇ। ਬਾਈਬਲ 'ਚ ਸਾਫ਼ ਤੇ ਸਪਸ਼ਟ ਲਿਖਿਆ ਗਿਆ ਇੱਕੋ ਹੀ ਖੁਦਾ, ਪੂਰੀ ਬਾਈਬਲ ਇੱਕ ਹੀ ਖੁਦਾ ਬਾਰੇ ਬਿਆਨ ਕਰਦੀ ਹੈ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਹੈ। ਕੋਈ ਦੂਜਾ ਖੁਦਾ ਨਹੀਂ, ਕੋਈ ਤੀਜਾ ਖੁਦਾ ਨਹੀਂ। ਅੱਜ ਲੋਕ ਕਹਿੰਦੇ ਪਿਤਾ ਅਲੱਗ ਬੈਠਾ, ਪੁੱਤਰ ਅਲੱਗ ਬੈਠਾ, ਪਵਿੱਤਰ ਆਤਮਾ ਦਾ ਸਿੰਘਾਸਨ ਅਲੱਗ ਆ, ਮਰੀਮ ਦਾ ਸਿੰਘਾਸਨ ਅਲੱਗ ਆ। ਬਾਈਬਲ 'ਚ ਤਾਂ ਕਿਤੇ ਵੀ ਨਹੀਂ ਲਿਖਿਆ। ਪੂਰੀ ਬਾਈਬਲ ਇੱਕੋ ਹੀ ਖੁਦਾ ਬਾਰੇ ਬਿਆਨ ਕਰਦੀ ਆ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਹੈ। ਪ੍ਰਭੂ ਯੀਸ਼ੂ ਮਸੀਹ ਹੀ ਖੁਦਾ ਆ, ਕੋਈ ਦੂਜਾ ਖੁਦਾ ਨਹੀਂ ਆ। ਆਓ ਅਸੀਂ ਕੱਢਾਂਗੇ ਲੂਕਾ 24:47। ਲੂਕਾ 24:47। ਲੂਕਾ 24:47 ਵਿੱਚ ਲਿਖਿਆ ਆ 47 ਦੇ ਵਿੱਚ, ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸਦੇ ਨਾਮ ਉੱਤੇ ਤੌਬਾ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। ਪ੍ਰਭੂ ਯੀਸ਼ੂ ਮਸੀਹ ਆਪਣੇ ਚੇਲਿਆਂ ਨੂੰ ਕਹਿ ਕੇ ਗਿਆ ਸੀ ਜਦ ਤੱਕ ਤੁਸੀਂ ਸ਼ਕਤੀ ਨਹੀਂ ਪਾਉਂਦੇ ਸ਼ਹਿਰ ਵਿੱਚ ਰਹਿਣਾ ਤੁਸੀਂ, ਠੀਕ ਹੈ ਨਾ। ਉਹ ਕਹਿੰਦਾ ਉਸਦੇ ਨਾਮ ਉੱਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਕਿਹਦੇ ਨਾਮ ਉੱਤੇ? ਪਿਤਾ ਕੋਈ ਨਾਮ ਨਹੀਂ ਆ, ਪੁੱਤਰ ਕੋਈ ਨਾਮ ਨਹੀਂ ਆ, ਪਵਿੱਤਰ ਆਤਮਾ ਕੋਈ ਨਾਮ ਨਹੀਂ ਆ। ਨਾਮ ਹੈ ਪ੍ਰਭੂ ਯੀਸ਼ੂ ਮਸੀਹ। ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਾਪਾਂ ਦੀ ਮਾਫੀ ਮਿਲਦੀ ਹੈ। ਗੁਨਾਹ ਪਾਪ ਉਹਦੇ ਨਾਮ ਦੇ ਵਿੱਚ ਮਾਫ ਕੀਤੇ ਜਾਂਦੇ। ਜਦੋਂ ਕੋਈ ਉਹਦੇ ਨਾਮ ਦੇ ਵਿੱਚ ਉਹਨੂੰ ਕਹਿੰਦਾ ਹੈ ਵੀ ਪ੍ਰਭੂ ਯੀਸ਼ੂ ਮਸੀਹ ਤੂੰ ਮੇਰਾ ਮੁਕਤੀ ਦਾਤਾ ਹੈ, ਉਹਦੇ ਨਾਮ ਦੇ ਵਿੱਚ ਬੈਪਟਾਈਜ਼ ਲੈਂਦਾ, ਫਿਰ ਉਹਦੇ ਗੁਨਾਹ ਪਾਪ ਮਾਫ ਹੁੰਦੇ ਆ। ਲੇਕਿਨ ਅੱਜ ਲੋਕ ਦੁਸ਼ਟਾਂਤ ਹੀ ਬੋਲੀ ਜਾਂਦੇ ਆ, ਪਿਤਾ ਪੁੱਤਰ ਪਵਿੱਤਰ ਆਤਮਾ। ਦੁਸ਼ਟਾਂਤ ਦੇ ਨਾਲ ਮਾਫੀ ਨਹੀਂ ਹੈ। ਜਦੋਂ ਤੱਕ ਜੇ ਕਿਸ ਨੇ ਖੁਦਾ ਦੇ ਰਾਜ 'ਚ ਜਾਣਾ, ਖੁਦਾ ਦੇ ਘਰ 'ਚ ਜਾਣਾ ਆ, ਤੇ ਉਹਨੂੰ ਖੁਦਾ ਦੀ ਮਰਜ਼ੀ ਪੂਰੀ ਕਰਨੀ ਪੈਣੀ ਹੈ। ਤੇ ਖੁਦਾ ਦੀ ਮਰਜ਼ੀ ਕੀ ਆ? ਉਹਦੇ ਵਚਨਾਂ ਦੇ ਉੱਪਰ ਵਿਸ਼ਵਾਸ ਕਰਨਾ। ਜੇ ਕੋਈ ਉਹਦੇ ਵਚਨ ਤੇ ਵਿਸ਼ਵਾਸ ਨਹੀਂ ਕਰਦਾ ਫਿਰ ਉਹਦੇ ਲਈ ਬਹੁਤ ਔਖਾ ਹੈ। ਲੇਕਿਨ ਆ ਸ਼ੈਤਾਨ ਨੇ ਕੀ ਕੀਤਾ ਹੋਇਆ? ਸ਼ੈਤਾਨ ਨੇ ਲੋਕਾਂ ਦੀ ਬੁੱਧ ਨੂੰ ਬੰਦ ਕਰ ਦਿੱਤਾ ਹੈ, ਲੋਕਾਂ ਦੀ ਸਮਝ ਨੂੰ ਬੰਦ ਕਰ ਦਿੱਤਾ। ਉਹ ਸਮਝਦੇ ਹੀ ਨਹੀਂ ਆ ਵੀ ਬਾਈਬਲ ਕੀ ਬਿਆਨ ਕਰਦੀ ਹੈ। ਯੀਸ਼ੂ ਮਸੀਹ ਆਪਣੇ ਚੇਲਿਆਂ ਤੇ ਵਿਸ਼ਵਾਸ ਕਰ ਰਿਹਾ ਸੀਗਾ। ਲੋਕੀ ਕਹਿੰਦੇ ਚੇਲੇ ਤਾਂ ਐਵੇਂ ਸੀਗੇ, ਗਲਤ ਸੀਗੇ ਚੇਲਾ ਪਤਰਸ ਦੇ ਵਿੱਚ ਸ਼ੈਤਾਨ ਸੀਗਾ। ਪ੍ਰਭੂ ਨੇ ਕਿਹਾ ਤੂੰ ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਕਦੋਂ ਕਿਹਾ ਸੀਗਾ? ਜਦੋਂ ਉਹ ਸਰੀਰ ਦੇ ਵਿੱਚ ਸੀਗਾ। ਲੇਕਿਨ ਜਦੋਂ ਪੈਂਤੇਕੋਸਤੇ ਦਿਨ ਪਵਿੱਤਰ ਆਤਮਾ ਉਤਰਿਆ, ਜਦੋਂ ਕਿਹਾ ਵੀ ਜਦ ਤੱਕ ਤੁਸੀਂ ਸ਼ਕਤੀ ਨਹੀਂ ਪਾਉਂਦੇ, ਜਦ ਤੱਕ ਪਵਿੱਤਰ ਆਤਮਾ ਨਹੀਂ ਉਤਰਦਾ ਤੁਸੀਂ ਨਗਰ ਤੋਂ ਬਾਹਰ ਨਹੀਂ ਜਾਣਾ।
ਉਹ 10 ਦਿਨ ਤੱਕ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਲੇਕਿਨ ਇੱਕ ਦਿਨ ਕੀ ਹੋਇਆ, ਪਵਿੱਤਰ ਆਤਮਾ ਉਤਰਿਆ। ਜਦੋਂ ਪਵਿੱਤਰ ਆਤਮਾ ਉਤਰਿਆ ਤੇ ਉਹਨਾਂ ਨੇ ਕੀ ਕੀਤਾ, ਪ੍ਰਕਾਸ਼ਨ ਨੂੰ ਖੋਲ ਦਿੱਤਾ। ਉਹਨਾਂ ਨੇ ਕਿਹਾ, ਪਵਿੱਤਰ ਆਤਮਾ ਉਹਨਾਂ ਦੇ ਵਿੱਚ ਬੋਲਿਆ, ਪਵਿੱਤਰ ਆਤਮਾ ਪਤਰਸ ਦੇ ਵਿੱਚ ਬੋਲਿਆ, ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਲਓ। ਜੇ ਪ੍ਰਭੂ ਇੱਕ ਕਿਸੇ ਤੇ ਇੰਨਾ ਵਿਸ਼ਵਾਸ ਕਰਕੇ ਜਾ ਰਿਹਾ ਤੇ ਕੀ ਉਹ ਚੇਲੇ ਗਲਤ ਹੋ ਸਕਦੇ ਆ? ਕਦੇ ਵੀ ਨਹੀਂ। ਅੱਜ ਲੋਕਾਂ ਦੀਆਂ ਸੋਚਾਂ ਗਲਤ ਹੋ ਗਈਆਂ ਕਿਉਂਕਿ ਲੋਕਾਂ ਦੇ ਜਿਹੜੇ ਦਿਮਾਗੀ ਸਿਸਟਮ ਉਹ ਖਰਾਬ ਹੋ ਚੁੱਕੇ, ਉਹ ਖੁਦਾ ਦੇ ਵਚਨ ਤੇ ਵਿਸ਼ਵਾਸ ਨਹੀਂ ਕਰਦੇ। ਖੁਦਾ ਕੀ ਕਹਿੰਦਾ ਆ, ਸੱਚਾਈ ਕੀ ਆ। ਅੱਜ ਹਰ ਕੋਈ ਆਪਣੇ ਤਰਕ ਵਿਤਰਕ ਨਾਲ ਚੱਲਦਾ, ਲੇਕਿਨ ਇਹੋ ਜਿਹੇ ਲੋਕਾਂ ਨੂੰ ਕਦੇ ਵੀ ਖੁਦਾਵੰਦ ਮਾਫ ਨਹੀਂ ਕਰੇਗਾ, ਕਿਉਂਕਿ ਬਾਈਬਲ ਬਿਆਨ ਕਰਦੀ ਆ ਵਚਨ ਦੇ ਵਿੱਚੋਂ ਕੁਝ ਵੀ ਘਟਾਇਆ ਜਾਂ ਵਧਾਇਆ ਨਾ ਜਾਵੇ, ਜੋ ਹੈ ਉਹੀ ਸੱਚ ਹੈ। ਅਸੀਂ ਕੱਢਾਂਗੇ ਯੋਹੰਨਾ 1 ਦੇ ਆਏ, ਯੋਹੰਨਾ 1 ਦੇ ਆਏ। ਹੁਣ ਅਸੀਂ ਯੋਹੰਨਾ 1 ਦੇ ਵਿੱਚ ਪੜ੍ਹਦੇ ਆ, ਲਿਖਿਆ, ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਖੁਦਾ ਦੇ ਸੰਗ ਸੀ ਅਤੇ ਸ਼ਬਦ ਹੀ ਖੁਦਾ ਸੀ। ਇਹੋ ਆਦ ਵਿੱਚ ਖੁਦਾ ਦੇ ਸੰਗ ਸੀ। ਸਭ ਕੁਝ ਉਸ ਤੋਂ ਰਚਿਆ ਗਿਆ। ਇੱਕ ਵੀ ਰਚਨਾ ਵਿੱਚੋਂ ਕੁਝ ਵੀ ਵਸਤੂ ਉਸ ਤੋਂ ਬਿਨਾਂ ਨਹੀਂ ਰਚੀ ਗਈ। ਸਭ ਕੁਝ ਖੁਦਾ ਦੁਆਰਾ ਰਚਿਆ ਗਿਆ, ਵਚਨ ਦੁਆਰਾ ਰਚਿਆ ਗਿਆ। ਤੇ ਇਹ ਵਚਨ ਕੌਣ ਸੀਗਾ? ਖੁਦ ਪ੍ਰਭੂ ਯੀਸ਼ੂ ਮਸੀਹ ਵਚਨ ਸੀਗਾ। ਹੁਣ ਅਸੀਂ 10 ਦੇ ਵਿੱਚੋਂ ਪੜ੍ਹਦੇ ਹਾਂ, ਯੋਹੰਨਾ 1 ਦੀ 10 ਵਿੱਚੋਂ, ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਾ ਪਛਾਤਾ। ਉਹ ਆਪਣੇ ਘਰ ਆਇਆ ਅਤੇ ਜਿਹੜੇ ਉਸ ਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਹਨਾਂ ਨੂੰ ਖੁਦਾ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਸ਼ਚਾ ਕੀਤੀ। ਨਾਮ ਦੇ ਉੱਪਰ, ਕਿਹਦੇ ਨਾਮ ਦੇ ਉੱਪਰ? ਯੀਸ਼ੂ ਮਸੀਹ ਦੇ ਨਾਮ ਦੇ ਉੱਪਰ ਨਿਸ਼ਚਾ ਕੀਤੀ। ਉਹ ਖੁਦਾ ਦੇ ਧੀਆਂ ਪੁੱਤਰ ਹਨ। ਜਿਹੜੇ ਯੀਸ਼ੂ ਮਸੀਹ ਦੇ ਨਾਮ ਤੇ ਨਿਸ਼ਚਾ ਨਹੀਂ ਕਰਦੇ, ਉਹਦੇ ਧੀਆਂ ਪੁੱਤਰ ਨਹੀਂ ਹੋ ਸਕਦੇ ਕਦੇ ਵੀ, ਕਿਉਂਕਿ ਬਾਈਬਲ ਸਾਫ਼ ਬਿਆਨ ਕਰਦੀ ਆ, ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਸ਼ਚਾ ਕੀਤੀ, ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖ ਦੀ ਇੱਛਾ ਤੋਂ, ਪਰ ਖੁਦਾ ਤੋਂ ਪੈਦਾ ਹੋਏ। ਚੇਲੇ ਤਾਂ ਬਹੁਤ ਸੀਗੇ, 82 ਚੇਲੇ ਸੀਗੇ, 70 ਭੱਜ ਗਏ ਕਿਉਂਕਿ ਉਹਨਾਂ ਨੇ ਵਿਸ਼ਵਾਸ ਹੀ ਨਹੀਂ ਕੀਤਾ ਖੁਦਾ ਦੇ ਵਚਨਾਂ ਤੇ। ਲੇਕਿਨ ਪਤਰਸ ਕੀ ਕਹਿੰਦਾ, ਚੇਲੇ ਕੀ ਕਹਿੰਦੇ ਸੀਗੇ? ਜਦੋਂ ਪ੍ਰਭੂ ਕਹਿੰਦਾ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ, ਤੇ ਪ੍ਰਭੂ ਨੇ ਕੀ ਕਿਹਾ? ਇਹ ਤਾਂ ਚੇਲੇ ਕਹਿ ਰਹੇ ਸੀਗੇ ਕਿ ਪ੍ਰਭੂ ਜੀ ਜੀਵਨ ਦੀ ਗੱਲਾਂ ਤਾਂ ਤੇਰੇ ਕੋਲ ਆ। ਯੀਸ਼ੂ ਮਸੀਹ ਕਹਿੰਦਾ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ, ਲੇਕਿਨ ਚੇਲੇ ਕਹਿੰਦੇ ਪ੍ਰਭੂ ਜੀ ਜੀਵਨ ਦੀ ਗੱਲਾਂ ਤਾਂ ਤੇਰੇ ਕੋਲ ਹਨ, ਅਸੀਂ ਕਿੱਥੇ ਜਾਈਏ? ਉਹ ਚੁਣੇ ਹੋਏ ਸੀ ਖੁਦਾ ਦੇ, ਉਹਨਾਂ ਨੇ ਯੀਸ਼ੂ ਮਸੀਹ ਦੇ ਨਾਮ ਦੇ ਉੱਪਰ ਵਿਸ਼ਵਾਸ ਕੀਤਾ ਸੀਗਾ ਵੀ ਉਹੀ ਖੁਦਾ ਆ ਸੱਚਾ। ਤੇ ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਉਤਰਿਆ ਤੇ ਕਲੀਅਰ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਯੀਸ਼ੂ ਮਸੀਹ ਸਾਡੇ ਨਾਲ ਘੁੰਮਦਾ ਸੀ, ਫਿਰਦਾ ਸੀ, ਸਾਡੇ ਨਾਲ ਰੋਟੀ ਖਾਂਦਾ ਸੀ, ਉਹੀ ਖੁਦਾ ਸੀਗਾ ਜਿਹੜਾ ਦੇਹਧਾਰੀ ਹੋ ਕੇ ਉਤਰ ਆਇਆ। ਫਿਰ ਉਹਨਾਂ ਨੇ ਕਿਹਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਪਤਿਸਮਾ ਲੈਣਾ। ਕਿਤੇ ਵੀ 2 ਜਾਂ 3 ਖੁਦਾ ਦੇ ਬਾਰੇ ਬਾਈਬਲ ਨਹੀਂ ਬਿਆਨ ਕਰਦੀ। ਤੇ ਅੱਜ ਤੁਸੀਂ ਦੇਖੋ ਚਰਚਾ, ਡਿਨੋਮੀਨੇਸ਼ਨ ਚਰਚਾਂ ਦੇ ਵਿੱਚ ਕਿਸ ਤਰ੍ਹਾਂ ਕਿਹਾ ਜਾਂਦਾ ਆ, ਉਹ 3 ਹੈ, ਉਹ 2 ਆ, ਉਹ 4 ਆ। ਇਹ ਸਾਰਾ ਕੁਝ ਗਲਤ ਆ। ਚੇਲਿਆਂ ਦੀ ਸਿੱਖਿਆ ਹੀ ਅਸਲੀ ਸਿੱਖਿਆ ਹੈ। ਯੀਸ਼ੂ ਮਸੀਹ ਨੇ ਕਿਹਾ ਸੀ ਨਿਕੋਦੇਮਸ ਨੂੰ, ਜਿੱਤ ਤੱਕ ਕੋਈ ਜਲ ਅਤੇ ਆਤਮਾ ਦੇ ਨਾਲ ਨਹੀਂ ਜੰਮਦਾ, ਖੁਦਾ ਦੇ ਰਾਜ ਵਿੱਚ ਨਹੀਂ ਜਾ ਸਕਦਾ। ਇਹ ਸਮਝਣ ਦੀ ਗੱਲ ਆ, ਜਿਹਨੂੰ ਖੁਦਾ ਨੇ ਸਮਝਾਣਾ ਉਹਨੂੰ ਹੀ ਸਮਝਾਣਾ ਹੈ। ਲੇਕਿਨ ਕਈਆਂ ਦੀ ਅੱਖਾਂ ਖੁਦਾ ਨੇ ਖੁਦ ਬੰਦ ਕਰ ਦਿੱਤੀਆਂ ਹੈ ਵੀ ਉਹ ਸਮਝਣ ਨਾ, ਪ੍ਰਭੂ ਕਿਤੇ ਉਹਨਾਂ ਨੂੰ ਮਾਫ ਨਾ ਕਰ ਦੇਵੇ। ਇਸ ਕਰਕੇ ਗਿਆਨੀਆਂ ਦੇ ਉੱਪਰੋਂ ਗੱਲਾਂ ਨਿਕਲ ਜਾਂਦੀਆਂ। ਪੜ੍ਹੇ ਲਿਖੇ ਜਿਹੜੇ ਵੱਡੇ ਵੱਡੇ ਪੜ੍ਹੇ ਲਿਖੇ ਆ, ਉਹਨਾਂ ਦੇ ਵੀ ਪੱਲੇ ਨਹੀਂ ਪੈਂਦੀ, ਕਿਉਂਕਿ ਇਹ ਪੜ੍ਹਾਈ ਲਿਖਾਈ ਦੇ ਨਾਲ ਬਾਈਬਲ ਨਹੀਂ ਸਮਝ ਲੱਗਣੀ। ਬਾਈਬਲ ਪਵਿੱਤਰ ਆਤਮਾ ਦੁਆਰਾ ਸਮਝ ਲੱਗਣੀ ਆ। ਜਿੱਦ ਤੱਕ ਪਵਿੱਤਰ ਆਤਮਾ ਹੀ ਆ ਕੇ ਨਾ ਸਮਝਾਵੇ, ਕੋਈ ਵੀ ਬਾਈਬਲ ਨੂੰ ਸਮਝ ਨਹੀਂ ਸਕਦਾ, ਕਿਉਂਕਿ ਬਾਈਬਲ ਬੰਦ ਪੁਸਤਕ ਆ। ਇਹ ਬੰਦ ਪੁਸਤਕ ਆ ਬਾਈਬਲ, ਦੁਸ਼ਟਾਂਤਾਂ ਦੇ ਵਿੱਚ ਲਿਖੀ ਹੋਈ ਆ। ਤੇ ਬਾਈਬਲ ਦਾ ਕੋਡ ਸਾਡੇ ਯੁੱਗ ਦਾ ਨਬੀ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਆ। ਜਿੱਦ ਤੱਕ ਤੁਹਾਨੂੰ ਨਬੀ ਬਾਰੇ ਨਹੀਂ ਪਤਾ ਲੱਗਦਾ ਵੀ ਨਬੀ ਕੀ ਹੈ, ਤੁਹਾਨੂੰ ਬਾਈਬਲ ਕਦੇ ਕਿਸ ਨੂੰ ਸਮਝ ਨਹੀਂ ਲੱਗਣੀ। ਕਿਉਂਕਿ ਖੁਦਾਵੰਦ ਹਮੇਸ਼ਾ ਆਪਣੇ ਨਬੀਆਂ ਦੁਆਰਾ ਬੋਲਦਾ ਹੈ। ਇਸ ਯੁੱਗ ਦੇ ਵਿੱਚ ਵੀ ਇੱਕ ਉਹਨੇ ਨਬੀ ਖੜਾ ਕੀਤਾ। ਜਦੋਂ ਯੀਸ਼ੂ ਮਸੀਹ ਨੇ ਆਣਾ ਸੀਗਾ, ਉਹਨੇ ਯਹੂਨਾ ਨੂੰ ਭੇਜਿਆ। ਅੱਜ ਵੀ ਜਦੋਂ ਯੀਸ਼ੂ ਮਸੀਹ ਨੇ ਆਪਣੀ ਦੁਲਹਨ ਨੂੰ ਲੈਣ ਆਣਾ, ਉਹਨੇ ਇੱਕ
ਨਬੀ ਨੂੰ ਭੇਜਿਆ, ਜਿਹਦਾ ਨਾਮ ਭਾਈ ਵਿਲੀਅਮ ਮੈਰੀਨ ਬ੍ਰੈਨਮ ਸੀਗਾ। ਜਿੱਦਾਂ ਕੋਈ ਨਬੀਆਂ ਤੇ ਵਿਸ਼ਵਾਸ ਨਹੀਂ ਕਰਦਾ, ਖੁਦਾ ਦੇ ਵਚਨ ਤੇ ਵਿਸ਼ਵਾਸ ਨਹੀਂ ਕਰਦਾ, ਉਹ ਕਦੇ ਵੀ ਬਾਈਬਲ ਨੂੰ ਸਮਝ ਨਹੀਂ ਸਕਦਾ, ਜਿੰਨਾ ਮਰਜ਼ੀ ਕੋਈ ਜਿਹਨੇ ਮਰਜ਼ੀ ਸਟੱਡੀ ਕੀਤੀ ਹੋਵੇ, ਜਿੰਨਾ ਮਰਜ਼ੀ ਕੋਈ ਪੜ੍ਹਿਆ ਲਿਖਿਆ ਹੋਵੇ। ਇਸ ਕਰਕੇ ਬਾਈਬਲ ਸਾਫ਼ ਬਿਆਨ ਕਰਦੀ ਆ, ਜਿਨ੍ਹਾਂ ਨੇ ਉਸਦੇ ਨਾਮ ਉਤੇ ਨਿਸ਼ਚਾ ਕੀਤੀ, ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖ ਦੀ ਇੱਛਾ ਤੋਂ, ਪਰ ਖੁਦਾ ਤੋਂ ਪੈਦਾ ਹੋਏ। ਜਿਹੜੇ ਯੀਸ਼ੂ ਮਸੀਹ ਦੇ ਬਸਮੇ ਤੇ ਵਿਸ਼ਵਾਸ ਕਰਦੇ ਆ, ਭਾਈ ਵਿਲੀਅਮ ਬ੍ਰੈਨਮ ਨੂੰ ਆਪਣਾ ਨਬੀ ਮੰਨਦੇ ਆ, ਉਹ ਖੁਦਾ ਤੋਂ ਪੈਦਾ ਹੋਏ ਲੋਕ ਆ, ਕਿਉਂਕਿ ਉਹ ਵਿਸ਼ਵਾਸ ਕਰਦੇ ਇਹ ਚੀਜ਼ਾਂ ਤੇ। ਅਸੀਂ ਕੱਢਾਂਗੇ ਯਹੂਨਾ 6:35, ਯਹੂਨਾ 6:35, ਯਹੂਨਾ 6:35 ਵਿੱਚ ਲਿਖਿਆ, ਯੀਸ਼ੂ ਨੇ ਉਹਨਾਂ ਨੂੰ ਆਖਿਆ, ਜੀਵਨ ਦੀ ਰੋਟੀ ਮੈਂ ਹਾਂ, ਜੋ ਮੇਰੇ ਕੋਲ ਆਉਂਦਾ ਹੈ ਉਹ ਮੁੱਲੋਂ ਭੁੱਖਾ ਨਾ ਹੋਵੇਗਾ, ਅਤੇ ਜੋ ਮੇਰੇ ਉਤੇ ਨਿਸ਼ਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ। ਉਹ ਕਹਿੰਦਾ ਜੀਵਨ ਦੀ ਰੋਟੀ ਮੈਂ ਆ, ਜਿਹੜਾ ਮੇਰੇ ਕੋਲ ਆਉਂਦਾ ਨਾ ਭੁੱਖਾ ਹੋਵੇਗਾ ਨਾ ਤਿਹਾਇਆ ਹੋਵੇਗਾ। ਅੱਜ ਲੋਕਾਂ ਨੂੰ ਵਚਨ ਦਾ ਹੀ ਨਹੀਂ ਪਤਾ ਵੀ ਵਚਨ ਕੀ ਆ। ਲੋਕ ਅੱਜ ਭੁੱਖੇ ਤੇ ਧਿਆਏ ਘੁੰਮ ਰਹੇ ਆ, ਉਹਨਾਂ ਨੂੰ ਵਚਨ ਦੀ ਕੋਈ ਸਮਝ ਨਹੀਂ। ਲੇਕਿਨ ਜਦੋਂ ਕੋਈ ਖੁਦਾ ਦੇ ਕੋਲ ਆਉਂਦਾ ਆ, ਆਪਣਾ ਜੀਵਨ ਸਮਰਪਿਤ ਕਰਦਾ, ਤੇ ਖੁਦਾਵੰਦ ਆਪਣੇ ਵਚਨ ਦੇ ਨਾਲ ਆਪਣੇ ਲੋਕਾਂ ਨੂੰ ਤ੍ਰਿਪਤ ਕਰਦਾ। ਜਿਸ ਤਰ੍ਹਾਂ ਅੱਜ ਪ੍ਰਭੂ ਆਪਣੀ ਲਾੜੀ ਨੂੰ, ਆਪਣੀ ਦੁਲਹਨ ਨੂੰ ਵਚਨ ਦੇ ਨਾਲ ਤ੍ਰਿਪਤ ਕਰ ਰਿਹਾ, ਉਹ ਰੋਜ਼ ਤਾਜ਼ਾ ਮੰਨਾ ਦਿੰਦਾ ਆ, ਰੋਜ਼। ਪਰ ਮੈਂ ਤੁਹਾਨੂੰ ਆਖਿਆ ਸੀ, ਜੋ ਤੁਸੀਂ ਮੈਨੂੰ ਡਿਠਾ ਹੈ ਔਰ ਤਾਂ ਵੀ ਨਿਸ਼ਚਾ ਨਹੀਂ ਕਰਦੇ ਹੋ, ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ, ਅਤੇ ਜੋ ਮੇਰੇ ਕੋਲ ਆਉਂਦਾ ਹੈ ਉਹ ਕਦੇ ਵੀ ਮੈਂ ਉਸ ਨੂੰ ਕੱਢ ਨਾ ਦਿਆਂਗਾ, ਕਿਉਂਕਿ ਮੈਂ ਸਵਰਗੋਂ ਉਤਰਿਆ ਹਾਂ ਇਸ ਲਈ ਨਹੀਂ ਜੋ ਤੁਸੀਂ ਆਪਣੀ ਮਰਜ਼ੀ, ਸਗੋਂ ਉਸ ਦੀ ਮਰਜ਼ੀ ਦੇ ਅਨੁਸਾਰ ਚੱਲਾਂ। ਜੋ ਮੈਂ ਆਪਣੀ ਮਰਜ਼ੀ, ਸਗੋਂ ਉਸ ਦੀ ਮਰਜ਼ੀ ਦੇ ਅਨੁਸਾਰ ਚੱਲਾਂ, ਜਿਸ ਨੇ ਮੈਨੂੰ ਘੱਲਿਆ। ਅਤੇ ਜਿਸ ਨੇ ਮੈਨੂੰ ਘੱਲਿਆ ਉਸ ਦੀ ਇਹ ਮਰਜ਼ੀ ਹੈ ਭਾਈ, ਸਭ ਕੁਝ ਜੋ ਉਸਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਵੀ ਨਾ ਗਵਾਵਾਂ, ਸਗੋਂ ਉਸ ਨੂੰ ਅੰਤੇ ਦਿਨ ਫਿਰ ਜਿਉਂਦਾ ਉਠਾਵਾਂ। ਉਹ ਕਹਿੰਦਾ ਫਿਰ ਮੈਂ ਉਸ ਨੂੰ ਜਿਉਂਦਾ ਉਠਾ ਲਵਾਂ। ਮੇਰੇ ਪਿਤਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਵੇਖੇ ਅਤੇ ਉਸ ਉੱਤੇ ਨਿਸ਼ਚਾ ਕਰੇ ਸੋ ਸਦੀਪਕ ਜੀਵਨ ਪਾਵੇ, ਅਤੇ ਮੈਂ ਉਸ ਨੂੰ ਅੰਤ ਦਿਨ ਜਿਉਂਦਾ ਉਠਾਵਾਂਗਾ। ਹੁਣ ਕੀ ਹੋ ਰਿਹਾ ਸੀ? ਜਦੋਂ ਪ੍ਰਭੂ ਇਹ ਗੱਲਾਂ ਕਰ ਰਿਹਾ ਸੀਗਾ ਤੇ ਯਹੂਦੀ ਲੋਕ ਬੁੜਬੜਾਉਣ ਲੱਗ ਪਏ। ਉਹ ਕਹਿੰਦੇ ਕਿਸ ਤਰ੍ਹਾਂ ਕਹਿ ਸਕਦਾ ਵੀ ਮੈਂ ਸਵਰਗੋਂ ਉਤਰਿਆ ਆ, ਮੈਂ ਜੀਵਨ ਦੀ ਰੋਟੀ ਆ। ਉਹ ਬੋਲੇ ਭਲਾ ਇਹ ਯੂਸਫ ਦਾ ਪੁੱਤਰ ਨਹੀਂ ਯੀਸ਼ੂ, ਜਿਸ ਦੀ ਮਾਂ ਤੇ ਪਿਓ ਨੂੰ ਅਸੀਂ ਜਾਣਦੇ ਹਾਂ, ਹੁਣ ਕਿਉਂ ਇਸ ਤਰ੍ਹਾਂ ਆਖਦਾ ਹੈ ਭਈ ਮੈਂ ਸਵਰਗੋਂ ਉਤਰਿਆ ਹਾਂ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਆਪਸ ਵਿੱਚ ਨਾ ਬੁੜਬੜਾਓ, ਕੋਈ ਮੇਰੇ ਕੋਲ ਆ ਨਹੀਂ ਸਕਦਾ ਜੇ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਉਸ ਨੂੰ ਨਾ ਖਿੱਚੇ, ਅਤੇ ਮੈਂ ਅੰਤ ਦੇ ਦਿਨ ਉਸ ਨੂੰ ਜਿਉਂਦਾ ਉਠਾਵਾਂਗਾ। ਉਹ ਕਹਿੰਦਾ ਜੇ ਮੇਰਾ ਪਿਤਾ ਹੀ ਨਾ ਬੁਲਾਵੇ ਕਿਸ ਨੂੰ, ਕੋਈ ਮੇਰੇ ਕੋਲ ਨਹੀਂ ਆ ਸਕਦਾ। ਜਿਹੜੇ ਲੋਕ ਅੱਜ ਸੰਦੇਸ਼ ਦੇ ਵਿੱਚ ਚੱਲ ਰਹੇ ਆ, ਖੁਦਾ ਦੇ ਵਚਨ ਨੂੰ ਸਮਝ ਰਹੇ ਆ, ਉਹ ਪਹਿਲੋਂ ਹੀ ਚੁਣ ਲਏ ਗਏ ਨੇ। ਇਸ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਉਹਨਾਂ ਨੂੰ ਚੁਣ ਲਿਆ ਗਿਆ, ਜਿਹੜੇ ਲੋਕ ਉਹਦੇ ਵਿਚਾਰਾਂ 'ਚ ਪਾਏ ਗਏ ਸੀਗੇ। ਇਸ ਕਰਕੇ ਖੁਦਾ ਨੂੰ ਕੋਈ ਸਮਝ ਨਹੀਂ ਸਕਦਾ। ਉਹ ਏਕਾ ਦੋਆ ਤਿੰਨਾ, ਜਿਨ੍ਹਾਂ ਦੇ ਉੱਪਰ ਖੁਦਾ ਹੀ ਪ੍ਰਗਟ ਕਰੇਗਾ ਉਹੀ ਸਮਝ ਸਕਦੇ ਆ। ਲੇਕਿਨ ਜਿਨ੍ਹਾਂ ਦੇ ਉੱਪਰ ਖੁਦਾ ਪ੍ਰਗਟ ਨਹੀਂ ਕਰਦਾ, ਉਹ ਕਦੇ ਵੀ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਭੇਤ ਨੂੰ ਸਮਝ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਜਿਹੜੀ ਬੁੱਧ ਆ ਉਹ ਬੁੱਧ ਬੰਦ ਕਰ ਦਿੱਤੀ ਗਈ ਹੈ। ਉਹ ਸਮਝ ਨਹੀਂ ਸਕਦੇ, ਕਿਉਂਕਿ ਖੁਦਾ ਕਹਿੰਦਾ ਉਹ ਵੇਖਦੇ ਹੋਏ ਨਾ ਵੇਖਣਗੇ ਅਤੇ ਸਮਝਦੇ ਹੋਏ ਨਾ ਸਮਝਣਗੇ। ਇਹ ਸੱਚਾਈ ਹੈ। ਉਪਰੰਤ ਯਹੂਦੀ ਉਸ ਉੱਤੇ ਬੁੜਬੜਾਉਣ ਲੱਗੇ, ਇਸ ਲਈ ਜੋ ਉਸਨੇ ਆਖਿਆ ਸੀ ਭਈ ਜਿਹੜੀ ਰੋਟੀ ਸਵਰਗੋਂ ਉਤਰੀ ਹੈ ਮੈਂ ਹਾਂ, ਅਤੇ ਉਹ ਬੋਲੇ ਯੂਸਫ ਦਾ ਪੁੱਤਰ ਨਹੀਂ ਹੈ। ਉਹ ਕਹਿੰਦੇ ਯੂਸਫ ਦਾ ਪੁੱਤਰ ਨਹੀਂ, ਉਹਨੂੰ ਮਨੁੱਖ ਹੀ ਸਮਝ ਰਹੇ ਸੀ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਭਵਿੱਖਬਾਣੀ ਪੂਰੀ ਹੋਈ, ਉਹ ਕੁਆਰੀ ਦੇ ਦੁਆਰਾ ਪੈਦਾ ਹੋਇਆ। ਜੋ ਕਿਹਾ ਗਿਆ ਸੀ ਨਬੀਆਂ ਰਸੂਲਾਂ ਦੇ ਦੁਆਰਾ, ਉਹ ਕੁਆਰੀ ਦੇ ਦੁਆਰਾ ਪੈਦਾ ਹੋਇਆ। ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਇਸ ਗੱਲ ਦੀ। ਇਸ ਕਰਕੇ ਉਹਨਾਂ ਦੇ ਉੱਪਰੋਂ ਹੀ ਇਹ ਗੱਲਾਂ ਨਿਕਲ ਗਈਆਂ। ਹੁਣ ਪ੍ਰਭੂ ਕਹਿੰਦਾ ਜਿਹੜੀ ਰੋਟੀ ਸਵਰਗੋਂ ਉਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਕੁਝ ਖਾ ਕੇ ਨਾ ਮਰੇ, ਸੋ ਇਹੋ ਹੈ ਉਹ ਜਿਉਂਦੀ ਰੋਟੀ ਜੋ ਸਵਰਗੋਂ ਉਤਰੀ ਹੈ, ਸੋ ਮੈਂ ਹਾਂ। ਜੇ ਕੋਈ ਇਸ ਰੋਟੀੋਂ ਕੁਝ ਖਾਵੇ ਤਾਂ ਉਹ ਸਦਾ ਤੱਕ ਜਿਉਂਦਾ ਰਹੇਗਾ, ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜਿਉਣ ਲਈ ਮੈਂ ਦਿਆਂਗਾ। ਖੁਦਾ ਦਾ ਮਾਸ, ਖੁਦਾ ਦਾ ਵਚਨ ਹੀ ਖੁਦਾ ਦਾ ਮਾਸ ਆ। ਚੇਲਿਆਂ ਦੇ ਵਿੱਚ ਜਦੋਂ ਉਹਨੇ ਕਿਹਾ ਸੀ ਪ੍ਰਭੂ ਨੇ ਮੇਰਾ ਮਾਸ ਤੇ ਲਹੂ ਖਾਓ,
मेरा मांस खाओ तो मेरा लहू पियो, तो 70 चेले चले गए, क्योंकि वो समझ नहीं सके प्रभु क्या की रहा है। फिर प्रभु चेलियां ਨੂੰ ਕਹਿੰਦਾ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ, ਲੇਕਿਨ ਪਤਰਸ ਉਹਨਾਂ ਨੇ ਕੀ ਕਿਹਾ, ਉਹ ਕਹਿੰਦੇ ਨਹੀਂ ਪ੍ਰਭੂ ਜੀ, ਜੀਵਨ ਦੀ ਗੱਲਾਂ ਤੇਰੇ ਕੋਲ ਹਨ, ਕਿਉਂਕਿ ਉਹ ਚੁਣੇ ਹੋਏ ਸੀਗੇ। ਚੁਣਿਆ ਹੋਇਆ ਮਨੁੱਖ ਹਮੇਸ਼ਾ ਵਿਸ਼ਵਾਸ ਕਰਦਾ ਆ। ਜਿਹੜੀ ਭੇਡ ਹੁੰਦੀ ਆ ਖੁਦਾ ਦੀ, ਉਹ ਹਮੇਸ਼ਾ ਸਿਰ ਝੁਕਾਉਂਦੀ ਆਪਣੇ ਮਾਲਕ ਦੇ ਅੱਗੇ, ਉਹ ਸਿੰਘ ਨਹੀਂ ਮਾਰਦੀ। ਲੇਕਿਨ ਬੱਕਰੀ ਕੀ ਕਰਦੀ ਆ? ਬੱਕਰੀ ਤਰਕ ਵਿਤਰਕ ਕਰਦੀ ਆ ਤੇ ਸਿੰਘ ਮਾਰਨ ਦੀ ਕੋਸ਼ਿਸ਼ ਕਰਦੀ ਆ, ਲੇਕਿਨ ਭੇਡ ਹਲੀਮ ਹੋ ਕੇ ਆਪਣੀ ਉੱਨ ਕੁਤਰਨ ਨੂੰ ਦੇ ਦਿੰਦੀ ਆ। ਇਸੇ ਤਰ੍ਹਾਂ ਖੁਦਾ ਦੇ ਪਵਿੱਤਰ ਲੋਕ ਉਹਦੀ ਦੁਲਹਨ ਆ, ਜਿਨ੍ਹਾਂ ਨੇ ਵਿਸ਼ਵਾਸ ਕੀਤਾ ਵੀ ਯੀਸ਼ੂ ਮਸੀਹ ਹੀ ਖੁਦਾ ਆ, 2 ਜਾਂ 3 ਖੁਦਾ ਨਹੀਂ ਆ। ਜਿਹੜਾ ਬੈਪਟਾਈਜ਼ ਆ ਉਹ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ। ਉਹਦੀ ਦੁਲਹਨ ਵਿਸ਼ਵਾਸ ਕਰ ਸਕਦੀ ਆ, ਕੋਈ ਹੋਰ ਵਿਸ਼ਵਾਸ ਨਹੀਂ ਕਰ ਸਕਦਾ। ਅਸੀਂ ਕੱਢਾਂਗੇ ਮੱਤੀ 16 ਦੀ 16। ਮੱਤੀ 16 ਦੀ 16 ਵਿੱਚ ਲਿਖਿਆ ਆ, ਸ਼ਮੂਏਲ ਪਤਰਸ ਨੇ ਉੱਤਰ ਦਿੱਤਾ, ਤੂੰ ਜਿਉਂਦੇ, ਤੂੰ ਮਸੀਹ ਜਿਉਂਦੇ ਖੁਦਾ ਦਾ ਪੁੱਤਰ ਹੈ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੂਏਲ ਬਰਜੋਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਸ ਦੇ ਉੱਤੇ ਕੁਝ ਵਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ। ਤਦ ਉਸਨੇ ਚੇਲਿਆਂ ਨੂੰ ਤਾਕੀਦ ਕੀਤੀ, ਭਈ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ। ਹੁਣ ਪ੍ਰਭੂ ਐਡਾ ਵੱਡਾ ਇਖਤਿਆਰ ਦੇ ਰਿਹਾ ਆ। ਉਹ ਕਹਿੰਦਾ ਜੋ ਤੂੰ ਧਰਤੀ ਤੇ ਬੰਨ ਦਵੇਂਗਾ ਸਵਰਗ ਵਿੱਚ ਬੰਨ ਦਿੱਤਾ ਜਾਵੇਗਾ। ਇੰਨਾ ਵੱਡਾ ਇਖਤਿਆਰ ਦੇ ਰਿਹਾ। ਤੇ ਜਦੋਂ ਯੀਸ਼ੂ ਮਸੀਹ ਚਲਿਆ ਜਾਂਦਾ ਆ ਤੇ ਪਵਿੱਤਰ ਆਤਮਾ ਪੈਂਤੇਕੁਸਤ ਦੇ ਦਿਨ ਉਤਰਦਾ ਆ, ਤੇ ਸਭ ਤੋਂ ਪਹਿਲਾ ਕੰਮ ਜਿਹੜਾ ਪਤਰਸ ਨੇ ਕੀਤਾ, ਉਹਨੇ ਯੀਸ਼ੂ ਮਸੀਹ ਦੇ ਨਾਮ 'ਚ ਬੈਪਟਾਈਜ਼ ਦਿੱਤਾ, ਬਪਤਿਸਮਾ ਦਿੱਤਾ। ਉਹਨੇ ਨਿਯਮ ਪੱਕਾ ਕਰ ਦਿੱਤਾ ਵੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹੀ ਬਪਤਿਸਮਾ ਹੈ, ਕਿਉਂਕਿ ਪਵਿੱਤਰ ਆਤਮਾ ਨੇ ਉਹਦੇ ਉੱਪਰ ਇਹ ਚੀਜ਼ ਨੂੰ ਖੋਲਿਆ ਸੀਗਾ। ਤੇ ਅੱਜ ਲੋਕ ਕਹਿੰਦੇ ਅਸੀਂ ਚੇਲਿਆਂ ਨੂੰ ਨਹੀਂ ਮੰਨਦੇ, ਅਸੀਂ ਚੇਲਿਆਂ ਦੀ ਨਹੀਂ ਸੁਣਨੀ। ਪ੍ਰਭੂ ਕਿਹਦੇ ਨਾਲ ਬੋਲਦਾ ਸੀ? ਫੱਕੀ ਫਰੀਸੀਆਂ ਨਾਲ ਬੋਲਦਾ ਸੀਗਾ। ਪ੍ਰਭੂ ਯੀਸ਼ੂ ਮਸੀਹ ਆਪਣੇ ਚੇਲਿਆਂ ਦੇ ਨਾਲ ਗੱਲਾਂ ਕਰਦਾ ਸੀਗਾ ਤੇ ਉਹਨੇ ਕਿਹਦੇ ਨਾਲ ਕਰਾਰ ਕੀਤਾ ਸੀਗਾ ਵੀ ਪਵਿੱਤਰ ਆਤਮਾ ਤੁਹਾਡੇ ਉੱਪਰ ਉਤਰੇਗਾ, ਮੈਂ ਤੁਹਾਨੂੰ ਇਕੱਲਾ ਨਹੀਂ ਛੱਡੂੰਗਾ। ਉੱਥੇ ਚੇਲੇ ਸੀਗੇ, 120 ਦੀ ਜਮਾਤ ਦੇ ਵਿੱਚ ਚੇਲੇ ਵੀ ਸੀਗੇ। 120 ਦੀ ਜਮਾਤ ਦੇ ਵਿੱਚ ਚੇਲੇ ਸੀ ਜਿਨ੍ਹਾਂ ਦੇ ਉੱਪਰ ਪਵਿੱਤਰ ਆਤਮਾ ਉਤਰਿਆ ਸੀਗਾ। ਤੇ ਕੀ ਉਹ ਫਿਰ ਉਹ ਗਲਤ ਹੋ ਗਏ? ਲੇਕਿਨ ਅੱਜ ਲੋਕਾਂ ਦੀ ਸਮਝ ਨਹੀਂ ਹੈ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਬਾਈਬਲ ਆ, ਬਾਈਬਲ ਨੂੰ ਕਿੱਦਾਂ ਸਮਝਣਾ ਹੈ, ਕਿਉਂਕਿ ਹਰ ਕੋਈ ਆਪਣੇ ਹੀ ਗਿਆਨ ਦੇ ਵਿੱਚ ਚੱਲ ਰਿਹਾ ਹੈ। ਲੇਕਿਨ ਬਾਈਬਲ ਗਿਆਨ ਦੇ ਨਾਲ ਨਹੀਂ ਸਮਝੀ ਜਾਂਦੀ। ਪਵਿੱਤਰ ਆਤਮਾ ਜਿੱਦ ਤੱਕ ਇਸ ਨੂੰ ਆ ਕੇ ਨਾ ਸਮਝਾਵੇ, ਕੋਈ ਬਾਈਬਲ ਨੂੰ ਸਮਝ ਨਹੀਂ ਸਕਦਾ। ਅੱਜ ਬੜੇ ਲੋਕੀ ਗਿਆਨੀ ਹੈ, ਆਪਣੇ ਆਪਣੇ ਤਰਕ ਵਧਾਣੇ ਲੋਕਾਂ ਨੇ। ਕੋਈ ਕਹਿੰਦਾ ਮਰੀਮ ਦਾ ਸਿੰਘਾਸਨ ਆ, ਕੋਈ ਕਹਿੰਦਾ ਪਿਤਾ ਦਾ ਸਿੰਘਾਸਨ ਆ, ਪੁੱਤਰ ਦਾ ਸਿੰਘਾਸਨ ਅਲੱਗ ਆ, ਪਵਿੱਤਰ ਆਤਮਾ ਦਾ ਸਿੰਘਾਸਨ ਅਲੱਗ ਆ। ਬਾਈਬਲ 'ਚ ਤਾਂ ਕਿਤੇ ਵੀ ਨਹੀਂ ਲਿਖਿਆ। ਬਾਈਬਲ 'ਚ ਲਿਖਿਆ ਇੱਕੋ ਹੀ ਖੁਦਾ ਆ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਆ। ਇਸ ਕਰਕੇ ਅੱਜ ਲੋਕ ਬਾਈਬਲ ਨੂੰ ਸਮਝ ਨਹੀਂ ਪਾ ਰਹੇ। ਤੇ ਜਿੱਦ ਤੱਕ ਕੋਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਨਹੀਂ ਲੈਂਦਾ, ਕਦੇ ਵੀ ਉਹਦਾ ਛੁਟਕਾਰਾ ਨਹੀਂ ਹੋਵੇਗਾ। ਇਸ ਕਰਕੇ ਬਾਈਬਲ ਨੂੰ ਪੜੋ। ਜਿਹੜੇ ਲੋਕ ਬਾਈਬਲ ਨਹੀਂ ਪੜ੍ਹਦੇ, ਮੈਂ ਉਹਨਾਂ ਨੂੰ ਇਹੀ ਕਹੂੰਗਾ ਬਾਈਬਲ ਪੜੋ ਤਾਂ ਕਿ ਪ੍ਰਭੂ ਤੁਹਾਨੂੰ ਸਮਝ ਬਖਸ਼ੇ ਵੀ ਬਾਈਬਲ ਕੀ ਬਿਆਨ ਕਰਦੀ ਆ। ਯੀਸ਼ੂ ਮਸੀਹ ਨੇ ਆਪਣੇ ਗੁਪਤ ਭੇਦ ਕਿਹਨਾਂ ਤੇ ਖੋਲੇ ਸੀਗੇ? ਪਵਿੱਤਰ ਆਤਮਾ ਕਿਹਨਾਂ ਦੇ ਉੱਪਰ ਉਤਰਿਆ ਸੀਗਾ? ਪਵਿੱਤਰ ਆਤਮਾ ਚੇਲਿਆਂ ਦੇ ਉੱਪਰ ਉਤਰਿਆ। ਗੁਪਤ ਭੇਦ ਚੇਲਿਆਂ ਦੇ ਉੱਪਰ ਖੋਲੇ ਗਏ, ਕਿਸੇ ਬਿਸ਼ਪ ਦੇ ਉੱਪਰ ਨਹੀਂ ਖੋਲੇ ਗਏ, ਕਿਸੇ ਪਾਦਰੀ ਦੇ ਉੱਪਰ ਨਹੀਂ ਖੋਲੇ ਗਏ ਗੁਪਤ ਭੇਦ। ਪੈਂਤੇਕੁਸਤ ਦੇ ਦਿਨ ਪਵਿੱਤਰ ਆਤਮਾ ਰਸੂਲਾਂ ਦੇ ਉੱਪਰ ਉਤਰਿਆ ਸੀਗਾ ਤੇ ਜੋ ਰਸੂਲਾਂ ਨੂੰ ਪਵਿੱਤਰ ਆਤਮਾ ਨੇ ਕਿਹਾ ਉਹਨਾਂ ਨੇ ਉਹੀ ਕੰਮ ਕੀਤਾ। ਉਹ ਸਮਝ ਗਏ ਸੀ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਭੇਦ ਤੇ ਉਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਦਿੱਤਾ। ਤੇ ਇਹੀ ਸੱਚ ਹੈ ਤੇ ਆਮੀਨ ਹੈ। ਜੇ ਕੋਈ ਇਸ ਤੋਂ ਇਲਾਵਾ ਕੁਝ ਹੋਰ ਸਿਖਾਉਂਦਾ ਆ ਤੇ ਉਹ ਸ਼ਾਪੀਤ ਹੈ। ਜਿੱਦਾਂ ਸੰਤ ਪੌਲਸ ਨੇ ਕਿਹਾ, ਜਿਹੜੀ ਸਿੱਖਿਆ ਅਸੀਂ ਤੁਹਾਨੂੰ ਦਿੱਤੀ, ਜੇ ਕੋਈ ਸਵਰਗ ਤੋਂ ਦੂਤ ਆ ਕੇ ਵੀ ਕੋਈ ਹੋਰ ਸਿੱਖਿਆ ਦੇਵੇ ਤਾਂ ਉਹ ਸ਼ਾਪੀਤ ਹੋਵੇ। ਜਿੰਨੇ ਲੋਕ ਰਸੂਲਾਂ ਦੀ ਸਿੱਖਿਆ ਤੋਂ ਇਲਾਵਾ ਕੁਝ ਹੋਰ ਸਿਖਾਉਂਦੇ ਆ, ਸਭ ਦੇ ਸਭ ਸ਼ਾਪੀਤ ਆ। ਇਹੋ ਜਿਹਿਆਂ ਨੂੰ ਆਪਣੇ ਘਰ ਵੀ ਨਾ ਵੜੋ ਜਿਹੜੇ ਬਾਈਬਲ ਤੋਂ ਬਾਹਰ ਤੁਹਾਨੂੰ ਸਿਖਾਉਂਦੇ ਆ।
ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ ਕਰਦਾ। ਸੱਚਮੁੱਚ ਖੁਦਾਵੰਦ ਤੂੰ ਇੱਕੋ ਹੀ ਖੁਦਾ ਹੈ, ਕੋਈ ਦੂਜਾ ਖੁਦਾ ਨਹੀਂ ਹੈ ਪ੍ਰਭੂ ਜੀ। ਪ੍ਰਭੂ ਯਿਸੂ ਮਸੀਹ ਬਾਈਬਲ ਇਹੀ ਬਿਆਨ ਕਰਦੀ ਹੈ ਪ੍ਰਭੂ ਜੀ ਕਿ ਕੋਈ ਦੂਜਾ ਖੁਦਾ ਨਹੀਂ ਹੈ ਮੇਰੇ ਮਹਾਨ ਪਿਤਾ। ਅਸੀਂ ਉਤਪਤ ਤੋਂ ਦੇਖਦੇ ਹਾਂ ਪ੍ਰਕਾਸ਼ ਦੀ ਪੋਥੀ ਤੱਕ ਕਿ ਕੋਈ ਖੁਦਾ ਹੈ ਪ੍ਰਭੂ ਜੀ ਤੋਂ ਜਿਹਦੀ ਅਸੀਂ ਮਹਿਮਾ ਤੇ ਵਡਿਆਈ ਕਰਦੇ ਹਾਂ। ਲੇਕਿਨ ਪ੍ਰਭੂ ਯਿਸੂ ਮਸੀਹ ਤੇਰੇ ਵਚਨ 'ਚ ਗੜਬੜੀ ਪਾਉਣ ਦੇ ਲਈ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਲੋਕਾਂ ਦੀ ਸਮਝ ਨੂੰ ਬੰਦ ਕਰ ਦਿੱਤਾ ਹੈ। ਪ੍ਰਭੂ ਯਿਸੂ ਮਸੀਹ ਉਹ ਤੇਰੇ ਵਚਨ ਨੂੰ ਸਮਝ ਨਹੀਂ ਪਾ ਰਹੇ ਮੇਰੇ ਮਹਾਨ ਪਿਤਾ। ਮੈਂ ਵਿਸ਼ਵਾਸ ਕਰਦਾ ਖੁਦਾਵੰਦ ਪ੍ਰਭੂ ਜੀ ਤੋਂ ਆਪਣੀ ਦੁਲਹਨ ਨੂੰ ਬਹੁਤ ਜਲਦੀ ਲੈਣ ਆ ਰਿਹਾ ਹੈ, ਜਿਸ ਨੂੰ ਦੁਲਹਨ ਦਾ ਆਖਰੀ ਹਿੱਸਾ ਪ੍ਰਭੂ ਜੀ ਅੰਦਰ ਆ ਜਾਵੇਗਾ, ਰੈਪਚਰ ਵੀ ਹੋ ਜਾਵੇਗਾ ਮੇਰੇ ਮਹਾਨ ਪਿਤਾ। ਕਿਉਂਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਅੱਜ ਮੌਕਾ ਹੈ, ਤੂੰ ਕਿਰਪਾ ਦੇ ਸਿੰਘਾਸਨ ਤੇ ਬੈਠਾ ਹੈ। ਲੇਕਿਨ ਜਿਸ ਤਰ੍ਹਾਂ ਤੂੰ ਕਿਰਪਾ ਦੇ ਸਿੰਘਾਸਨ ਤੋਂ ਉੱਠ ਗਿਆ ਪ੍ਰਭੂ ਜੀ, ਇਸ ਧਰਤੀ ਦੇ ਉੱਪਰ ਨਿਆਂ ਆ ਜਾਵੇਗਾ ਮੇਰੇ ਮਹਾਨ ਪਿਤਾ। ਤੂੰ ਵੱਡੀ ਦਇਆ ਕਰ ਪ੍ਰਭੂ ਯਿਸੂ ਮਸੀਹ, ਆਪਣੀ ਦੁਲਹਨ ਨੂੰ ਪ੍ਰਭੂ ਜੀ ਆਪਣੇ ਪਵਿੱਤਰ ਹੱਥਾਂ ਵਿੱਚ ਸੰਭਾਲ। ਆਪਣੇ ਵਚਨ ਦੇ ਦੁਆਰਾ ਆਪਣੀ ਦੁਲਹਨ ਨੂੰ ਹੋਰ ਵੀ ਸ਼ਿੰਗਾਰ ਖੁਦਾਵੰਦਾ, ਤਾਂ ਕਿ ਪ੍ਰਭੂ ਯਿਸੂ ਮਸੀਹ ਜੀ ਤੋਂ ਆਪਣੀ ਦੁਲਹਨ ਨੂੰ ਲੈਣ ਆਵੇ ਪ੍ਰਭੂ ਜੀ, ਤੇ ਪ੍ਰਭੂ ਯਿਸੂ ਮਸੀਹ ਤੇਰੀ ਦੁਲਹਨ ਤੇਰੇ ਨਾਲ ਉਠਾਈ ਜਾਵੇ ਖੁਦਾਵੰਦਾ। ਤੂੰ ਦਇਆ ਕਰ, ਕਿਰਪਾ ਕਰ, ਤੇਰੇ ਸਾਮਰਥੀ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ।